हाँ जी, आज के ये प्रोग्राम हमारे जितने भी लिसनर्स हमारे साथ शामिल हैं जी। उनके लिए ज़रूर पेश कर रही हैं कि हमारे शहर में जी। सियासत की कोई गल होवे जी। या फिर कोई एंटरटेनमेंट की गल होवे, वो आप तक हम ज़रूर पहुंचाते हैं। जी। आज जो बात करने जा रहे हैं इट्स वेरी इंटरेस्टिंग टॉपिक, और वो इंटरेस्टिंग टॉपिक इसलिए है दीदी क्योंकि हमारे शहर से संबंध है। बिल्कुल। अब आपको पता है कि जब हमारे शहर में इलेक्शन होती है, सारे स्ट्रीट्स जो है वो पोस्टर्स से भर जाते हैं। अलग-अलग पार्टीज़ के अपने अपने पोस्टर्स, अपने एडवर्टाइजमेंट्स करना शुरू कर देते हैं। ऐसे ही हमने अपने पिछले म्युनिसिपल इलेक्शन में भी देखे। और ख़ास तौर से म्युनिसिपल इलेक्शन में एक बात जो हर कोई सवाल उठा रहे हैं, जी। चाहे वो ट्रेड्समैन हुए है, चाहे वो बिजनेस पीपल है, चाहे वो प्रोफेशनल पीपल है, वो सवाल ये उठा रहे हैं जी। कि सिटी हॉल के अंदर है क्या, सिटी हॉल के अंदर है क्या कि जो सस्पेंडेड रियल्टर्स है वो सारे जंप कर रहे म्युनिसिपल पॉलिटिक्स की तरफ। जैसे मुल्ला के दौर मस्जिद तक होती है ना, उस तरह सस्पेंडेड जो रियल्टर्स है उनकी दौर सिटी हॉल के पॉलिटिक्स तक क्यों है? व्हाट्स देयर? वो लोग क्यों जाना चाहते हैं सिटी हॉल के पॉलिटिक्स में जंप करके? क्या वो सिटी हॉल बेचना चाहते हैं? और जब बात होती है सस्पेंडेड रियल्टर्स यानी दागी रियल्टर्स की, वैसे दीदी आप रियल एस्टेट के दुनिया में काफ़ी सालों से काम कर रही हैं, एंड यू नो द इन एंड आउट ऑफ रियल्टर्स के किस तरह से काम करते हैं। एक रियल्टर सस्पेंड क्यों होता है? व्हाट इज द रीज़न? देखो ਜਿਹੜਾ ਬੋਰਡ ਹੈ ਨਾ, हाँ जी। ਚਾਹੇ ਉਹ ਫਰੇਜ਼ਰ ਵੈਲੀ ਬੋਰਡ ਆ ਤੇ ਚਾਹੇ ਹੈ ਆਪਣਾ ਵੈਨਕੂਵਰ ਰੀਅਲ ਐਸਟੇਟ ਬੋਰਡ, ਉਹਨਾਂ ਦੇ ਵੱਲੋਂ ਪ੍ਰਮਾਣਿਤ ਲਾਇਸੈਂਸ ਦੇ ਅੰਤਰਗਤ ਤੁਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹੋ ਕਮਿਊਨਿਟੀ ਦੇ ਵਿੱਚ। हाँ जी। ਔਰ ਉਹਨਾਂ ਦੇ ਕਾਇਦੇ ਕਾਨੂੰਨ ਤੇ ਨਿਯਮ ਨੇ, ਔਰ ਉਹਨਾਂ ਨਿਯਮਾਂ ਦੀ ਕਿਸੇ ਵੀ ਪੱਖ ਤੋਂ ਤੁਸੀਂ ਛੋਟੀ ਤੋਂ ਛੋਟੀ ਗਲਤੀ ਕਰਦੇ ਹੋ, ਕੋਤਾਹੀ ਕਰਦੇ ਹੋ, ਉਲੰਘਣਾ ਕਰਦੇ ਹੋ, हाँ जी। ਜਾਂ ਵੱਡੀ ਤੋਂ ਵੱਡੀ, हाँ ਤਦ ਤੁਹਾਨੂੰ ਪੈਨਲਟੀ ਤੋਂ ਲੈ ਕੇ ਤੁਹਾਡਾ ਲਾਇਸੈਂਸ ਸਸਪੈਂਡ ਕਰਨ ਤੱਕ, ਔਰ ਉਸ ਤੋਂ ਉਪਰੰਤ ਪੱਕੇ ਤੌਰ ਦੇ ਉੱਤੇ ਤੁਹਾਡਾ ਜਿਹੜਾ ਲਾਇਸੈਂਸ ਹੈ ਕੈਂਸਲ ਕਰਨ ਤੱਕ ਦੀ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ, ਡਿਪੈਂਡ ਕਰਦਾ ਕਿ ਤੁਸੀਂ ਕੀ ਕੀਤਾ। ਕੋਈ ਵੀ ਜਦੋਂ ਤੁਸੀਂ ਲਾਇਸੈਂਸ ਹੋਲਡਰ ਹੋ, ਠੀਕ ਜਿਵੇਂ ਡਾਕਟਰ ਹੈ, ਡਾਕਟਰ ਨੂੰ ਦਵਾਈ ਦੇਣ ਦੀ ਇਜਾਜ਼ਤ ਹੈ, ਤੇ ਡਾਕਟਰ ਤੁਹਾਨੂੰ ਜ਼ਹਿਰ ਦੇ ਦੇਵੇ ਤੇ ਫਿਰ ਉਹਦੀ ਡਾਕਟਰੀ ਕੈਂਸਲ ਹੋਣੀ ਹੋਈ ਹੈ। ਕਿਸੇ ਵੀ ਵਿਅਕਤੀ ਦੀ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਹੈ, हाँ जी। ਆਪਣੇ ਰਿਹਾਇਸ਼ ਤੋਂ ਲੈ ਕੇ ਕਿਸੇ ਵੀ ਕਮਰਸ਼ੀਅਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੀ ਸਾਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ। बिल्कुल। ਉਹਦੇ ਵਿੱਚ ਗਲਤ ਸਲਾਹ, ਕੋਤਾਹੀ ਜਾਂ ਫਿਰ ਆਪਣੇ ਕਿਸੇ ਦੇ ਬਿਹਾਫ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਫੈਸਲਾ ਲੈ ਲੈਣਾ, ਔਰ ਕਲਾਇੰਟ ਦਾ ਕੁਝ ਹੋਰ ਹੋਵੇ ਤੇ ਤੁਹਾਡਾ ਕੁਝ ਹੋਰ ਹੋਵੇ, ਤਾਂ ਤੁਹਾਡਾ ਲਾਇਸੈਂਸ ਸਸਪੈਂਡ ਕੀਤਾ ਜਾਂਦਾ ਹੈ। ਉਹ ਨਿੱਕੀ ਜਿਹੀ ਕੋਤਾਹੀ ਤੋਂ ਲੈ ਕੇ ਵੱਡੀ ਕੋਤਾਹੀ ਤੱਕ ਹੁੰਦਾ ਹੈ, ਔਰ ਸਸਪੈਂਡ ਉਦੋਂ ਹੀ ਕੀਤਾ ਜਾਂਦਾ ਹੈ ਜਦੋਂ ਸ਼ਿਕਾਇਤ ਹੋਣ ਤੋਂ ਉਪਰੰਤ ਪੂਰੀ ਪੈਰਵਾਈ ਕਰਕੇ, ਔਰ ਉਹ ਰਿਐਲਟਰ ਹੈ ਜਿਹੜਾ ਉਹ ਗਿਲਟੀ ਪਲੀ ਨਹੀਂ ਬਲਕਿ ਗਿਲਟੀ ਕਰਾਰ ਸਬੂਤਾਂ ਦੇ ਆਧਾਰ ਦੇ ਉੱਤੇ, ਔਰ ਉਹ ਗਿਲਟੀ ਹੁੰਦਾ, ਫਿਰ ਉਸ ਦਾ ਲਾਇਸੈਂਸ ਡਿਪੈਂਡ ਕਰਦਾ ਕਿਹੋ ਜਿਹਾ ਉਹਨੇ ਕਰਾਂਗੇ ਤਾਂ ਉਹਨੇ ਸਮੇਂ ਲਈ ਸਸਪੈਂਡ ਕੀਤਾ ਜਾਂਦਾ ਕਿ ਉਹ ਸੇਵਾਵਾਂ ਜਿਹੜੀਆਂ ਉਸ ਲਾਇਸੈਂਸ ਦੇ ਅੰਤਰਗਤ ਨਹੀਂ ਦੇ ਸਕਦਾ। ਔਰ ਇਹ ਕਿਸੇ ਲਈ ਪ੍ਰੋਫੈਸ਼ਨਲ ਦੇ ਲਈ ਇਹ ਨਮੋਸ਼ੀ ਦੀ ਗੱਲ ਹੈ। ਜੇ ਸਮਝਦੇ ਆ ਤਾਂ, ਜੇ ਸਮਝਦੇ ਆ ਨਾ, ਇਹ ਕੋਤਾਹੀ ਹੈ। ਜਿਹੜੀਆਂ ਸਰਵਿਸਿਜ਼ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਤੁਸੀਂ ਇੱਕ ਤਰੀਕੇ ਨਾਲ ਸਹੁੰ ਚੁੱਕ ਕੇ ਲੈਂਦੇ ਹੋ, ਤੇ ਫਿਰ ਇਹੋ ਜਿਹੇ ਰਿਐਲਟਰਾਂ ਨੂੰ ਬਹੁਤ ਏਰੀ ਦਫਾ ਬਹੁਤ ਸਾਰੇ ਕੋਰਸਿਸ ਨੇ ਦੁਬਾਰਾ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ। ਜੇ ਕਈਆਂ ਨੂੰ ਤਾਂ ਪੱਕੇ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਂਦਾ ਕਿ ਤੁਸੀਂ ਇਸ ਖੇਤਰ ਦੇ ਵਿੱਚ ਸੇਵਾਵਾਂ ਨਹੀਂ ਦੇ ਸਕਦੇ। ਔਰ ਇਹਨਾਂ ਸਾਰਿਆਂ ਪਿੱਛੇ ਕੋਈ ਵੀ ਗੁੰਮਰਾਹ ਜਿਹੜੀ ਇਨਫੋਰਮੇਸ਼ਨ ਆ ਉਹਦੇ ਪਿੱਛੇ ਜਾਂ ਤਾਂ ਥੋੜੀ ਨੌਲੇਜ ਦਾ ਨਾ ਹੋਣਾ ਹੁੰਦਾ ਤੇ ਜਾਂ ਲਾਲਚ ਹੁੰਦਾ। ਔਰ ਅਗਰ ਇਸ ਤਰ੍ਹਾਂ ਦੀ ਕੋਤਾਹੀ ਪਹਿਲੀ ਵਾਰੀ ਨਾ ਪਕੜੀ ਜਾਵੇ ਤਾਂ ਅਕਸਰ ਹੀ ਜਿਹੜਾ ਜ਼ਿਆਦਾ ਵੱਧਦਾ ਜਾਂਦਾ ਹੈ। ਔਰ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਪ੍ਰੈਕਟਿਸ ਕਰਦੇ ਕਰਦੇ ਛੇਤੀ ਤੋਂ ਛੇਤੀ, ਪਿਛਲੇ ਕੁਝ ਸਮੇਂ ਦੇ ਵਿੱਚ ਛੇਤੀ ਤੋਂ ਛੇਤੀ ਅਮੀਰ ਹੋਣ ਦੇ ਜਿਹੜੇ ਲਾਲਚ ਨੇ ਨਾ, ਉਹਨਾਂ ਦੇ ਅੰਤਰਗਤ ਬਹੁਤ ਸਾਰੇ ਲੋਕ ਨੇ
ਜਿਨ੍ਹਾਂ ਨੇ ਕਤਾਈਆਂ ਕੀਤੀਆਂ ਨੇ, ਕੁਝ ਦੀਆਂ ਜੱਗ ਜੁਹਾਰ ਹੋਈਆਂ, ਕੁਝ ਦੀਆਂ ਨਹੀਂ ਹੋਈਆਂ, ਪਰ ਕੁਝ ਆਦਤਨ ਇਹੋ ਜਿਹੇ ਕੰਮ ਕਰਦੇ ਆ। ਆਦਤਨ ਜੇ ਤੁਸੀਂ ਆਦਤ ਇਹ ਬਣਾ ਲਈ ਕਿ ਹਾਂ ਟਕੇ ਤੇ ਤੁਸੀਂ ਵਿਕਣਾ ਹੀ ਵਿਕਣਾ ਹੈ, ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਗਲਤ ਗੈਰ ਕਾਨੂੰਨੀ ਕੰਮ ਕਰਦੇ ਹੋ ਸਿਰਫ ਔਰ ਸਿਰਫ ਇਸੇ ਲਈ ਕਿ ਤੁਸੀਂ ਆਪਣਾ ਮੁਨਾਫਾ ਵਧਾ ਸਕੋ, then there is no end to it। और ऐसे जो लोग आशे ना सबसे ज्यादा खतरनाक और निपट किस तरह के काम रियल्टर्स करते हैं जिसके वजह से उन्हें सस्पेंड किया जाता है या पकड़े जाते हैं? क्या वो फोर्ज सिग्नेचर्स करते हैं या व्हाट काइंड ऑफ वर्क डू दे डू? ਪਿੱਛੇ ਜੇ ਕਿੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਇਸ ਪ੍ਰੋਫੈਸ਼ਨ ਦੇ ਵਿੱਚ ਆਮ ਹੀ ਕਹਿੰਦੇ ਲੋ ਜੀ ਰਿਐਲਟਰਾਂ ਦਾ ਕਿਉਂ, ਤਾਂ ਆਪਣੇ ਆਪ ਹੀ ਦੱਸ ਦਿੰਦੇ ਨੇ ਵੀ ਹਾਂ ਆ ਪਿੱਛੇ ਜੇ ਤਾਂ ਇੱਕ ਆਸ਼ਾ ਨਾ ਇੱਕ ਹੋਰ ਕਤਾਹੀ ਹੁੰਦੀ ਰਹੀ ਹੈ। ਆਫਰ ਐਕਸੈਪਟ ਕਰਨ ਵਾਲੇ ਜਿਹੜਾ ਰਿਐਲਟਰ ਆ ਉਹ ਪਾਸੇ ਦੇ ਪੈਸੇ ਕਹਿੰਦੇ ਫੜਦੇ ਰਹੇ ਆ, ਉਹਨੂੰ ਪੈਸੇ ਦੇ ਦਿਓ ਤੇ ਉਹ ਤੁਹਾਡੀ ਆਫਰ ਐਕਸੈਪਟ ਕਰਾ ਦੇਗਾ ਜਦੋਂ ਮਾਰਕੀਟ ਬਹੁਤ ਜ਼ਿਆਦਾ ਗਰਮ ਸੀ। ਆਈ ਵਾਸ ਸ਼ੌਕਡ, ਆਈ ਸੇ ਇਟਸ ਇਲੀਗਲ, ਯੂ ਕੈਨ ਨਾਟ। ਤੁਹਾਡੇ ਕਲਾਇੰਟ ਦੀ ਅਗਰ ਤੁਸੀਂ ਘਰ ਲਿਸਟ ਕੀਤਾ, ਉਹਨੂੰ ਜਿੰਨੀਆਂ ਆਫਰਸ ਆਉਂਦੀਆਂ ਨੇ, ਇਹ ਤੁਹਾਡੀ ਮੈਂਡੇਟਰੀ ਡਿਊਟੀ ਹੈ ਕਿ ਤੁਸੀਂ ਸਾਰੀਆਂ ਦੀਆਂ ਸਾਰੀਆਂ ਆਫਰਸ ਆਪਣੇ ਕਲਾਇੰਟ ਦੇ ਸਾਹਮਣੇ ਪ੍ਰੈਜ਼ੈਂਟ ਕਰੋ। ਅਸੂਲਨ ਤਾਂ ਇਹ ਹੈ ਜਿਹੜੇ ਰਿਐਲਟਰ ਦੀ ਆਫਰ ਹੈ ਉਹ ਖੁਦ ਪ੍ਰੈਜ਼ੈਂਟ ਕਰੇ, ਪਰ ਪਿਛਲੇ ਉਹ ਕਹਿੰਦੇ ਤੱਤੀਆਂ ਰੋਟੀਆਂ ਸੇਕਣ ਦੇ ਮੌਕੇ ਦੇ ਵਿੱਚ ਈਮੇਲ ਕਰਦੇ ਹੋ ਜੀ। ਈਮੇਲ ਕਰਨ ਤੋਂ ਉਪਰੰਤ ਕੀ ਕਲਾਇੰਟ ਨੂੰ ਤੁਸੀਂ ਬੈਠ ਕੇ ਸਾਰਾ ਕੁਝ ਦੱਸਿਆ? ਤੁਹਾਡੀਆਂ ਪ੍ਰੋਫੈਸ਼ਨਲ ਦੇ ਤੌਰ ਤੇ ਸੇਵਾਵਾਂ ਤਾਂ ਲਈਆਂ ਜਾਂਦੀਆਂ ਨੇ ਕਿਉਂਕਿ ਜਿਹੜਾ ਤੁਹਾਡਾ ਕਲਾਇੰਟ ਆ ਉਸ ਨੂੰ ਉਨਾ ਜ਼ਿਆਦਾ ਨਹੀਂ ਪਤਾ। ਐ ਤਾਂ ਬਾਜ਼ਾਰ ਦੇ ਵਿੱਚ ਸਾਰੀਆਂ ਦਵਾਈਆਂ ਵਿਕਦੀਆਂ ਨੇ, ਡਾਕਟਰ ਕਿਉਂ ਲਿਖਦਾ? ਫਾਰਮਾਸਿਸਟ ਹੈ ਜਿਹੜਾ ਉਹਦੇ ਮੁਤਾਬਕ ਦਵਾਈ ਦੇ ਕੇ ਹਦਾਇਤਾਂ ਦਿੰਦਾ ਹੈ। बिल्कुल, आपसे सवाल मैंने ये किया था कि कौन कौन से काम करते हैं रियल्टर्स जिसकी वजह से उन्हें रियल एस्टेट बोर्ड सस्पेंड करते हैं, उन्हें उनके कानून जो है अलाउ नहीं करते और सस्पेंड करते हैं। और ये रियल्टर्स ख़ास तौर से जो मुझे पता चला है कि गलत सिग्नेचर्स कर देते हैं, फोर्ज सिग्नेचर्स कर देते हैं या फिर एक्सप्लेन नहीं करते हैं जिस तरह से एक्सप्लेन करना चाहिए, और बहुत सारे जो पैसे हैं इधर उधर कर देती है। तो इन सारे बातों को जब खुल के सामने डिस्कस किया जाता है और बताया जाता है बोर्ड को, तो बोर्ड फिर उन्हें सस्पेंड करते हैं। और इस तरह के जो रियल्टर्स होते हैं उन पे एक दाग लग जाता है, दागी रियल्टर मैं कहती हूँ उनको। और ये दागी रियल्टर्स होते हैं, जो ये दागी रियल्टर्स है वो एकदम से ख्याल आ जाते हैं उनको कि जी पॉलिटिक्स में जाना है, और पॉलिटिक्स में वो पॉलिटिक्स जहाँ पर म्युनिसिपल पॉलिटिक्स में, और म्युनिसिपल पॉलिटिक्स में एंटर करके ये दो जो दागी रियल्टर्स है वो एक से है दीदी, आपने शायद सुना होगा, वंस अ क्रिमिनल इज ऑलवेज अ क्रिमिनल। ये सच्चाई है। तो अगर ये दागी रियल्टर्स ने एक बार अपने काम में इस तरह के काम किए जिसकी वजह से उन्हें सस्पेंड किया गया, गिल्टी प्लीट किया गया, फाइन पे किया गया, उन्हें डिसिप्लिन कराने के ऑर्डर्स दिए गए, और ये दागी रियल्टर्स जब सिटी हॉल के अंदर जाकर बैठना चाहते हैं तो वो क्या वजह हो सकता है? कई बार हम लोग इन वजह को ढूंढते हैं, और हमारे जो लिसनर्स है वो बड़े स्मार्ट है दीदी, उनको पता होता है कि कौन दागी है, कौन रियल्टर ने क्या किया है। सस्पेंडेड जो रियल्टर्स हैं इनके शेडी पास्ट है, इनके जो पास्ट है वो शेडी है। जैसे आपने पूरे छानबीन किया तो आपको पता चला कि ये सस्पेंडेड रियल्टर है। ऐसे रियल्टर्स को तो लोग दोबारा अपने घर भी नहीं बेचना चाहते, अपने प्रॉपर्टीज़ नहीं बेचने के लिए कहते हैं, क्योंकि एक बार शेडी रियल्टर है वो आपके साथ क्या करेगा आपको क्या पता। ऐसे ही वो जिस भी घर को बेचेगा उसके पीछे क्या करेगा किसको पता चलेगा? किसी भी बिजनेस को, कमर्शियल प्रॉपर्टीज, चाहे वो लैंड बेच रहे हैं, तो ये एक बार शेडी रियल्टर हो जाते हैं उनके ऊपर भरोसा नहीं किया जाता। वो कहते हैं कि एक बार प्रॉब्लम हो जाए तो बिल्ली भी जो दूध है वो फूक फूक के पीती है। सो इस तरह से ये जो शेडी रियल्टर्स है ये लोग म्युनिसिपल पॉलिटिक्स में एंटर क्यों करना चाहते हैं? What is the reason behind it? सिटी हॉल को बेचना है? क्या काम करना है? क्योंकि लोगों के तो ऑलरेडी प्रूवन हो गया है कि ये लोगों को धोखा दिए, शेडी काम किए रियल एस्टेट में, इसलिए इनको सस्पेंड किया गया था। अब ये एकदम से म्युनिसिपल पॉलिटिक्स में आना चाहते हैं, म्युनिसिपल पॉलिटिक्स एंटर करना चाहते हैं। जब ये जनता को शेडी काम करके रियल एस्टेट बोर्ड की तरफ से
सस्पेंड किए गए हैं, ये हमारे सिटी हॉल, हमारे म्यूनिसिपल पॉलिटिक्स को में आने की, और सिटी हॉल में जाकर कौन सा ऐसा काम करेगा जिससे पब्लिक जो है, आवाम जो है, वो भरोसा कर सके? हाउ कैन दे एक्चुअली बिलीव इन दिस पर्सन? कैसे बिलीव करेंगे जो अपने रियल एस्टेट लाइसेंस सस्पेंड करवा चुके हैं शेडी काम करके? फिर ऐसे लोगों को सिटी हॉल की पॉलिटिक्स एकदम से बहुत ज़्यादा पसंद आने लगा, सिटी हॉल के पॉलिटिक्स के अंदर घुसना चाहते हैं। वहाँ पर जाकर किन किन लोगों को बेवकूफ़ बनाएंगे, किन किन लोगों के साथ गद्दारी करेंगे और क्या क्या करेंगे? क्या सिटी हॉल के साथ गद्दारी करेंगे? लोगों को हक होना चाहिए कि इस तरह के सस्पेंडेड जो दागी रियल्टर्स है उनके खिलाफ आवाज उठाना चाहिए। और आपको पता होना चाहिए कि ये जो सस्पेंडेड रियल्टर्स है अपने बायोग्राफी, जब पॉलिटिक्स में एंटर होते हैं, पॉलिटिक्स के लिए आते हैं, तो अपने बायोग्राफी देते हैं। जो पॉलिटिकल पार्टीज है उनको पता होना चाहिए कि ये इंसान जो है इसका बैकग्राउंड क्या है, क्या क्या है इसने, What are all listed there, crime, या जो इन्होंने किया, क्यों सस्पेंड किया गया, रियल एस्टेट बोर्ड ने इसको क्यों निकाला। फिर ऐसे दागी रियल्टर को क्या हक होना चाहिए म्युनिसिपल पॉलिटिक्स में एंटर होने के लिए, या किसी भी पॉलिटिक्स में एंटर होने के लिए? फॉर एग्जाम्पल, मेरे ख्याल से जो पॉलिटिकल पार्टीज है या फिर कोई इंडिविजुअल भी रन करता है दीदी, एक सिस्टम होना चाहिए इलेक्शंस बीसी पर कि जो बायोग्राफी है वो एक्सेसिबल होना चाहिए टू एवरीबॉडी। और अगर इन लोगों ने अपने जो कारगुजारी है, फॉर एग्जांपल किसी भी तरह के केसेस है, चाहे वो क्रिमिनल है या चाहे वो सिविल क्लेम्स है, अगर उन्हें गिल्टी करार किया गया, उन्होंने एक्सेप्ट किया, गिल्टी प्लीड किया, फाइन पे किया, तो क्या ऐसे कैंडिडेट को इलेक्शन लड़ना चाहिए? What do you think? लड़ना चाहिए? Why should they be in politics when they already have a shady past? जब उन्होंने ऑलरेडी धोखा दिया है। फॉर एग्जाम्पल, हमारे एमपी सुख तालीवाल, कितने लोगों को मालूम था कि इन्होंने टैक्स चोरी की थी? इनके जो कंपनी थी, इनकी और इनके फैमिली मेंबर की, और उस टैक्स चोरी के वजह से उन्होंने गिल्टी प्लीड की और फाइन पे किया। क्या इन्होंने अपने बायोग्राफी में ये लिस्ट किया था? लिबरल पार्टी ऑफ कनाडा से सवाल पूछो इस बात की, और देखो कि क्या सुख तालीवाल के जो पोर्टफोलियो है, जो बायोग्राफी इन्होंने अपने नाम के अंदर दिए है, उसमें लिखा था कि फलाना फलाना साल में इसने टैक्स चोरी की थी, प्लीड गिल्टी की थी, फाइन पे की थी। क्यों नहीं लिखा है? और नहीं लिखा है तो पॉलिटिकल पार्टीज को पूछना चाहिए कि क्यों नहीं लिखा गया। इसी तरह से हर लेवल्स ऑफ गवर्नमेंट में आप जब भी पॉलिटिक्स एंटर करना चाहते हो, देयर शुड बी अ बायोग्राफी, और उनकी जो पास्ट, उनकी बिजनेस, उनकी जो कारगुजारी है, उसके पीछे क्या क्या अटैच्ड है। दिस शुड बी ऑल इन पब्लिक्स रिकॉर्ड। लोगों को पता होना चाहिए। पीपल शुड नो कि ये शेडी रियल्टर है, दागी रियल्टर है, क्या हम इसको वोट देंगे? ये टैक्स चोर है, क्या हम इसको वोट देंगे? इसने फलाना फलाना काम किया था, इसके ऊपर ये चार्जेस लगे थे, ये चार्जेस कोर्ट में साबित हो गए थे, गिल्टी प्लीड किए थे और इसने फाइन पे किया था। क्या ये रिकॉर्ड है? ये बात जरूर कई लोगों ने आवाज उठाई है कि हाउ डू वी नो? वी डिडंट नो। I said I didn't know what Sukh has done. I didn't even know that he had paid fines for his income tax चोरी. I had no idea. But अगर ये हुआ है तो पब्लिक रिकॉर्ड में क्यों पॉलिटिकल पार्टीज नहीं लाते? बिकॉज हमारा हक होना चाहिए, एज कैनेडियंस हमारा हक होना चाहिए कि हम जाने कि ये कैंडिडेट्स है, इनके पीछा क्या है, व्हाट डू दे हैव एट देयर बैकग्राउंड।
और हम उनको किस तरह से वोट दे ना दे, हमारा हक है जानना। उसके बाद हमने वोट करना, हमने वी गोना गो अहेड। अगर हमें पता चले कि ये शेडी रियल्टर है, वुड यू वोट फॉर द शेडी रियल्टर? ऑफ कोर्स नॉट, आई वुडंट वोट फॉर अ शेडी रियल्टर, क्योंकि उन्होंने किसी के साथ धोखा किया। हो सकता कल को हमारे साथ धोखा करे, कल को हमारा सिटी हॉल ही बेच दे। ये चीजें पब्लिक रिकॉर्ड में होना चाहिए, इट शुड बी देयर। चाहे आप इंडिविजुअल रन कर रहे हो या पॉलिटिकल पार्टी के साथ रन कर रहे हो, दिस शुड बी अमेंडेड लॉज में विद बीसी इलेक्शन कि इनके जो पास्ट है, अगर किसी भी केस में ये प्लीड गिल्टी किए हैं या इनको गिल्टी करार किया गया है या इन्होंने फाइन पे किया है, वो सारे उनके बायोग्राफी में होना चाहिए, सो दैट पब्लिक हैज़ द फ्रीडम टू गो एंड सी कि ये फलाना फलाना कैंडिडेट्स के पास्ट क्या है। क्या हम चाहते हैं इनको अपने लिए हमारे लिए वो सिटी हॉल में बैठे, या हम चाहते हैं कि वो लेजिस्लेचर में बैठे या फिर पार्लियामेंट में बैठे? ये सारी बातें हमारा हक है और हमें जानना ज़रूरी है। वैसे दीदी, आई एम सॉरी आई टुक अ लिटिल बिट लॉन्ग टाइम, लेकिन हाँ, विल टेक अ ब्रेक एंड विल बी बैक आफ्टर क्विक कमर्शियल ब्रेक। घर दा प्लान ते बन गया, टूटियां ते टब कित्थों लेने आ शेरिया? सरदार नॉर्थ अमेरिका ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾ ਕਿਤੇ ਹੋਰ ਗੱਲ ਨਹੀਂ ਬਣਨੀ। कमाओ फोन 604 231 95 92। ਹੁਣੇ ਲਓ ਸਰਦਾਰ 604 231 95 92। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी, गोट कढ़ाई, निहारी चिकन कढ़ाई, बारबेक्यू बीफ कबाब ਕਿਹੜਾ कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ, ਚਾਹੇ वो बिरयानी हो या फिर गोट कढ़ाई। कल दे डिनर भूल नहीं सकती, अभी भी हाथों से खुशबू नहीं जा रही। ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000। ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 604 503 7007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 253321 7007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ, ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 604 716 8570 604 716 8570। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਸਪਾਂਸਰ ਨੇ ਫੈਮਿਲੀ ਕੇਅਰ ਫਾਰਮੇਸੀ, ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ ਜਿੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟਸ ਤੇ ਹਰਬਲ ਮੈਡੀਸਿਨਸ ਲੈ ਸਕਦੇ ਹੋ।
ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫਤੇ ਦੇ 7 ਦਿਨ ਖੁੱਲ੍ਹੇ ਰਹਿਣ ਵਾਲੇ ਫੈਮਿਲੀ ਕੇਅਰ ਫਾਰਮੇਸੀ ਸਰੀ, ਡੈਲਟਾ ਤੇ ਵਾਈਟ ਰੌਕ ਵਿਖੇ 6045811900 ਤੇ ਕਰੋ ਕਾਲ। ਬਾਕੀ ਜੀ ਪਾਇਲ ਚਾਟ ਹਾਊਸ ਸਰੀ ਦਾ ਪਹਿਲਾ ਰੈਸਟੋਰੈਂਟ ਹੈ ਜਿਹੜਾ 24 ਘੰਟੇ ਖੁੱਲ੍ਹਦਾ ਔਰ ਪਾਇਲ ਬਿਜ਼ਨਸ ਸੈਂਟਰ ਵਿਖੇ ਹੈ। ਖਾਣੇ ਬੈਠ ਕੇ ਖਾਓ ਜਾਂ ਜੀ ਪੈਕ ਕਰਵਾਓ। 6045961990 ਤੇ ਕਰ ਸਕਦੇ ਹੋ ਕਾਲ। 100 ਬੰਦੇ ਤੱਕ ਦੀ ਕੇਟਰਿੰਗ ਦੇ ਲਈ ਹਰਨੇਕੁਰਾਂ ਦਾ ਟੈਲੀਫੋਨ ਨੰਬਰ 604518 ਹੈ। ਔਰ ਟਰੱਕ ਡਰਾਈਵਰ ਉਹ ਤਾਂ ਕੰਮ ਦੀ ਤਲਾਸ਼ ਦੇ ਵਿੱਚ, ਉਹ ਤਾਂ ਟਰੱਕ ਡਰਾਈਵਰਸ ਤੁਰੰਤ ਲੋੜੀਂਦੇ ਨੇ। 1 ਸਾਲ ਦਾ ਤਜਰਬਾ ਹੋਣਾ ਚਾਹੀਦਾ। 604725 ਦੇ ਉੱਤੇ ਕਰੋ ਕਾਲ। ਲੌਂਗ ਹਾਲ ਡਰਾਈਵਰਸ ਨੂੰ 70 ਸੈਂਟ ਪ੍ਰਤੀ ਮੀਲ ਦੇ ਹਿਸਾਬ ਨਾਲ ਪੇ ਕੀਤਾ ਜਾਏਗਾ। ਸੋ ਲੋਕਲ ਤੇ ਲੌਂਗ ਹਾਲ ਟਰੱਕ ਡਰਾਈਵਰ ਚਾਹੀਦੇ ਨੇ। ਕੰਪਨੀ ਨੂੰ 1 ਸਾਲ ਦਾ ਤਜਰਬਾ ਹੈ ਤਾਂ 6047254259 ਦੇ ਉੱਤੇ ਜ਼ਰੂਰ ਕਰੋ ਜੀ ਕਾਲ। ਇਸ ਦੇ ਨਾਲ ਪ੍ਰੋਗਰਾਮ ਦੇ ਸਪਾਂਸਰ ਨੇ ਪੈਰਾਮਾਊਂਟ ਕਾਰਪੈਟ ਕਲੀਨਿੰਗ ਵਾਲੇ ਮਾਨ ਸਾਹਿਬ। 604861 ਦੇ ਉੱਤੇ ਕਰ ਸਕਦੇ ਹੋ ਕਾਲ। ਕਾਰਪੈਟ ਕਲੀਨਿੰਗ, ਅਪਹੋਲਸਟਰੀ ਕਲੀਨਿੰਗ, ਮੈਟਰਸ ਕਲੀਨਿੰਗ, ਡਕ ਕਲੀਨਿੰਗ ਤੇ ਫਰਨਿਸ ਕਲੀਨਿੰਗ ਦੇ ਵਿੱਚ ਮਾਹਰ ਨੇ। ਟਾਇਲ ਤੇ ਗਰਾਊਟ ਕਲੀਨਿੰਗ ਦੇ ਨਾਲ ਫਲੋਰ ਟਾਇਲਸ, ਕਿਚਨ ਟਾਇਲ ਤੇ ਵਾਸ਼ਰੂਮ ਟਾਇਲਸ ਵੀ ਕਲੀਨ ਕਰਦੇ ਨੇ। ਬਾਕੀ ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟਡ ਸਟੀਮ ਕਲੀਨਿੰਗ ਸਿਸਟਮ ਹੈ, ਜਿਸ ਕਰਕੇ ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਬਿਲਡਿੰਗ, ਆਫਿਸਿਸ, ਬੈਂਕਟ ਹਾਲਸ ਤੇ ਕਾਰਪੈਟ ਤੇ ਫਲੋਰ ਕਲੀਨਿੰਗ ਦੀਆਂ ਬੈਸਟ ਰਿਜ਼ਲਟਸ ਤੁਹਾਨੂੰ ਪ੍ਰਦਾਨ ਕਰਨ ਵਾਲੇ ਪੈਰਾਮਾਊਂਟ ਕਾਰਪੈਟ ਕਲੀਨਿੰਗ ਵਾਲੇ ਪ੍ਰੋਗਰਾਮ ਦੇ ਸਪਾਂਸਰ ਨੇ ਅਰਮਾਨ ਸਾਹਿਬ। ਉਹਨਾਂ ਨੂੰ ਕਰੋ ਕਾਲ 6048613600 ਤੇ 6048613600 ਦੇ ਉੱਤੇ ਕਰ ਸਕਦੇ ਹੋ ਜੀ ਕਾਲ। ਬਾਕੀ ਫੌਜਦਾਰੀ ਮੁਕੱਦਮਾ ਪੈ ਗਿਆ ਤਾਂ ਕ੍ਰਿਮੀਨਲ ਲਾਇਰ ਗੱਗਲ ਨਾਹਲ ਨੂੰ 604527 ਤੇ ਸੰਪਰਕ ਕਰੋ। ਸੈਕਸ਼ੂਅਲ ਅਸੌਲਟ, ਥੈਫਟ ਤੇ ਡਰਾਈਵਿੰਗ ਅਫੈਂਸਸ ਵਰਗੇ ਚਾਰਜਸ ਦਾ ਸਾਹਮਣਾ ਕਰ ਰਹੇ ਹੋ ਤਾਂ BC, ਅਲਬਰਟਾ, ਮੈਨੀਟੋਬਾ ਤੇ ਅੰਟਰੀਓ ਵਰਗੇ 4 ਸੂਬਿਆਂ ਦੇ ਵਿੱਚ ਬੜੇ ਪੇਚੀਦਾ ਕੇਸ ਜਿੱਤ ਕੇ ਆਪਣੇ ਕਲਾਇੰਟਸ ਨੂੰ ਦੇ ਚੁੱਕੇ ਕ੍ਰਿਮੀਨਲ ਲਾਇਰ ਗਗਨ ਨਾਲ ਦੇ ਦਫ਼ਤਰ ਦਾ ਪਤਾ 63625 152A ਸਟੇਟ। ਟੈਲੀਫੋਨ ਨੰਬਰ ਹੈ 6045274769 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਕਰੋ। ਬਾਕੀ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨਾ ਤਾਂ ਟੇਸਟ ਆਫ ਲਾਹੌਰ ਤੇ ਜਾਣਾ ਬਣਦਾ, ਜਿਹੜਾ ਕਿ 96 ਤੇ 120 ਦੇ ਕੋਨੇ ਦੇ ਉੱਤੇ ਹੈ। ਖਾਣੇ ਆਰਡਰ ਕਰੋ ਜਾਂ ਬੈਠ ਕੇ ਖਾਓ। 604498 ਟੈਲੀਫੋਨ ਨੰਬਰ ਹੈ। ਵੀਕਐਂਡ ਬਫੇ 11 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਚੱਲਦਾ ਹੈ। ਸੋ ਉਹਦੀਆਂ ਬਿਹਤਰੀਨ ਡੀਲਸ ਤੇ ਲਾਜਵਾਬ ਸਵਾਦੂ ਖਾਣੇ ਦਾ ਆਨੰਦ ਮਾਣਨ ਲਈ ਟੇਸਟ ਆਫ ਲਾਹੌਰ 96 ਤੇ 120 ਦੇ ਕੋਨੇ ਤੇ ਜਾਓ। ਔਰ ਪ੍ਰੋਗਰਾਮ ਦੇ ਸਾਡੇ ਦੇ ਸਪਾਂਸਰ ਨੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਸਸਪੈਂਡਡ ਰਿਐਲਟਰਸ ਨੇ ਜਿਹੜੇ ਉਹਨਾਂ ਦੀਆਂ ਫੇਰੀਆਂ, ਔਰ ਉਹ ਵੀ ਸਿਟੀ ਹਾਲ ਦੇ ਵਿੱਚ। ਸਿਟੀ ਦੀ ਜਿਹੜੀ ਮਿਊਨਿਸਪੈਲਿਟੀ ਦੀ ਸਰਕਾਰ ਹੈ ਉਹਦੇ ਵੱਲ ਨੂੰ ਝੁਕਾ ਕਿਉਂ ਹੈ? ਅੱਛਾ, ਉਹਨਾਂ ਨੇ ਕੁਐਸਚਨ ਬੜਾ ਤਕੜਾ ਰੇਜ਼ ਕੀਤਾ ਔਰ ਖਾਸ ਤੌਰ ਦੇ ਉੱਤੇ ਸਿਟੀ ਹਾਲ ਹੈ ਜਿਹੜਾ ਪਬਲਿਕ ਦਾ, ਔਰ ਪਬਲਿਕ ਦੇ ਟੈਕਸ ਨਾਲ ਚੱਲਦਾ, ਔਰ ਪਬਲਿਕ ਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ। ਪੰਜਾਬੀ ਏਰੀਆ 'ਚ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਸ਼ਾ ਨਾ। ਕੋਈ ਬਿਨਾਂ ਵਜ੍ਹਾ ਦਾ ਤਾਂ ਕਿਸੇ ਦੀ ਗਲੀ ਦੇ ਵਿੱਚ ਗੇੜੇ ਮਾਰਦਾ ਨਹੀਂ। ਜੇ ਗੇੜਾ ਬੰਨਿਆ ਹੋਇਆ ਸਿਟੀ ਹਾਲ ਦਾ ਔਰ ਉਹ ਵੀ ਸਸਪੈਂਡਡ ਰਿਐਲਟਰਸ ਦਾ, ਤਾਂ ਇਹ ਦੇਖਣਾ ਬਣਦਾ ਹੈ ਕਿ ਇਹਦੇ ਪਿੱਛੇ ਮਨਸ਼ਾ ਕੀ ਹੈ। ਔਰ ਯਕਦਮ ਇਹਨਾਂ ਦਾ ਸਾਡੇ ਸਿਟੀ ਹਾਲ ਦੀ ਪੋਲਿਟਿਕਸ ਹੈ ਜਿਹੜਾ, ਉਹਦੇ ਵੱਲ ਨੂੰ ਇੰਨਾ ਜ਼ਿਆਦਾ ਰੁਝਾਨ ਕਿਉਂ ਹੈ? ਯਾਦ ਰਹੇ, ਖਾਸ ਤੌਰ 'ਤੇ ਸਾਡੇ ਮਾਸ਼ਰੇ ਨੂੰ ਇਸ ਗੱਲ ਦੇ ਲਈ ਸਮਝ ਜਾਣਾ ਚਾਹੀਦਾ ਕਿ ਦੋਗਲੀ ਨੀਤੀ ਹੈ ਜਿਹੜੀ ਉਹ ਸਹੀ ਨਹੀਂ ਹੁੰਦੀ। ਕਿ ਜੇ ਫਾਇਦਾ ਹੁੰਦਾ ਆਪਣਾ ਤਾਂ ਕੋਈ ਗੱਲ ਨਹੀਂ, ਗਲਤ ਜੇ ਹੋ ਗਿਆ ਸਾਰੇ ਹੀ ਕਰਦੇ ਆ, ਜੇ ਹੋ ਗਿਆ ਨੁਕਸਾਨ ਤਾਂ ਫਿਰ ਚਰਾਹੇ ਤੇ ਖੜ ਕੇ ਪਿੱਟਣਾ ਤੇ ਪੁੱਤ ਵੀ ਪਿੱਟਣੇ ਆ ਤੇ ਗਾਲਾਂ ਵੀ ਕੱਢਣੀਆਂ। ਸਾਨੂੰ ਇਹ ਦੋਗਲੀ ਨੀਤੀ ਸਿੱਧੀ ਕਰਨੀ ਪੈਣੀ ਹੈ। ਕੋਈ ਵੀ ਰਿਐਲਟਰ ਜਿਸ ਦੀਆਂ ਤੁਸੀਂ ਸੇਵਾਵਾਂ ਪ੍ਰਾਪਤ ਕਰਦੇ ਹੋ ਉਹਦੇ ਪਿਛੋਕੜ ਜ਼ਰੂਰ ਜਾਣੋ। ਰੀਅਲ ਅਸਟੇਟ ਬੋਰਡ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ, ਉਹਦੇ ਬਾਰੇ ਬੜੀ ਚੰਗੀ ਤਰ੍ਹਾਂ ਬਿਆਨਬਾਜ਼ੀ ਹੁੰਦੀ ਆ। ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਕਤਾਈਆਂ ਨੇ ਉਹਨਾਂ ਨੂੰ ਦੇਖੋ, ਪਰਖੋ, ਵਿਜੀਲੈਂਟ ਵਰਕ ਕਰੋ। ਦੇਖੋ, ਇਹ ਨਾ ਦੇਖੋ ਕਿ ਹਾਂ ਰਿਐਲਟਰ ਨੇ ਤਾਂ ਫਲਾਣੇ ਨੂੰ ਬੜੇ ਪੈਸੇ ਬਣਵਾ ਕੇ ਦਿੱਤੇ ਆ, ਉਹ ਸਹੀ ਤਰੀਕੇ ਨਾਲ ਵੀ ਬਣਾਇਆ, ਇਹ ਵੀ ਜ਼ਰੂਰ ਚੈੱਕ ਕਰੋ। ਅਗਰ ਤੁਸੀਂ ਚੈੱਕ ਨਹੀਂ ਕਰਦੇ ਆਸ਼ਾ ਨਾ, ਤਾਂ ਇਹਦੇ ਵਿੱਚ ਇਹਦਾ ਮਤਲਬ ਤੁਸੀਂ ਗਲਤ ਕਾਰਗੁਜ਼ਾਰੀਆਂ ਕਰਨ ਵਾਲਿਆਂ ਨੂੰ ਪ੍ਰੋਤਸਾਹਿਤ ਕਰ ਰਹੇ ਹੋ। ਔਰ ਇਹੋ ਜਿਹੇ ਲੋਕਾਂ ਦੇ ਕਾਰਨ, ਕੁਝ ਕੁ ਪਰਸੈਂਟੇਜ ਹੁੰਦੀ ਹੈ, ਇਹੋ ਜਿਹੇ ਲੋਕਾਂ ਦੇ ਕਾਰਨ ਧਾਰਨਾ ਬਣ ਜਾਂਦੀ ਹੈ ਲੋਕਾਂ ਦੇ ਵਿੱਚ ਕਿ ਹਾਂ ਗਲਤ ਕਾਰਗੁਜ਼ਾਰੀਆਂ ਨੇ ਜਿਹੜੀਆਂ ਉਹ ਠੀਕ ਹੀ ਨੇ, ਚੱਲਦੀਆਂ ਨੇ, ਇੰਨੀਆਂ ਕੁ ਤਾਂ ਚੱਲਦੀਆਂ ਨੇ। ਜੇ ਅੱਜ ਬਰਦਾਸ਼ਤ ਕਰਦੇ ਹੋ ਤਾਂ ਕੱਲ੍ਹ ਨੂੰ ਚਰਾਹੇ ਤੇ ਖੜ ਕੇ ਨਾ ਪਿੱਟੋ ਵੀ ਇੰਡੀਆ ਵਾਲਾ ਹਾਲ ਹੋ ਗਿਆ। ਉੱਥੇ ਵੀ ਇੱਕ ਦਿਨ 'ਚ ਖਰਾਬ ਨਹੀਂ ਹੋਇਆ, ਉੱਥੇ ਵੀ ਐਸੇ ਤਰੀਕੇ ਨਾਲ ਹਮੇਸ਼ਾ ਹੀ ਗਲਤ ਤੇ ਕਤਾਈਆਂ ਕਰਨ ਵਾਲਾ ਜਿਹੜਾ ਵਿਅਕਤੀ ਹੈ
ਉਹ ਦੇਖਦਾ ਕਿ ਕਿੰਨਾ ਕੁ ਹਾਜਮਾ ਵੱਧ ਗਿਆ ਕਿਸੇ ਦਾ ਵੀ। ਮੈਂ ਤਾਂ ਇਹ ਚਾਹਾਂਗੀ, ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਤੁਹਾਡਾ ਨਜ਼ਰੀਆ ਕੀ ਹੈ ਰਿਐਲਟਰ ਦੇ ਤੌਰ ਤੇ। 30 ਸਾਲ ਹੋ ਗਏ, ਕਿਸੇ ਵੀ ਰਿਐਲਟਰ ਦਾ ਕਿਸੇ ਵੀ ਡੀਲ ਦੇ ਵਿੱਚ ਫਾਇਦਾ ਜਿਹੜਾ ਉਹ 10,000 ਤੋਂ ਲੈ ਕੇ ਅੱਜ ਕੱਲ੍ਹ ਦੀਆਂ ਵਧੀਆਂ ਕੀਮਤਾਂ ਕਰਕੇ 20-30 ਹਜ਼ਾਰ ਡਾਲਰ ਤੱਕ ਦਾ ਹੋਏਗਾ। ਪਰ ਜਿਹੜਾ ਤੁਹਾਡਾ ਕਲਾਇੰਟ ਆ ਉਹਦਾ ਮਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਹੈ। ਜੇ ਤੁਸੀਂ ਉਹਨਾਂ ਦੇ ਬਾਰੇ ਪਹਿਲਾਂ ਨਹੀਂ ਸੋਚਦੇ, ਸਿਰਫ ਆਪਣੇ ਕਮਿਸ਼ਨ ਬਾਰੇ ਪਹਿਲਾਂ ਸੋਚਦੇ ਹੋ, ਉਹਦਾ ਮਤਲਬ ਯੂ ਆਰ ਇਨ ਰੋਂਗ ਪ੍ਰੋਫੈਸ਼ਨ। ਯੂ ਆਰ ਦੇਅਰ ਟੂ ਪ੍ਰੋਵਾਈਡ ਦਾ ਸਰਵਿਸਿਜ਼ ਪੂਰੀ ਇਮਾਨਦਾਰੀ ਦੇ ਨਾਲ। ਤੁਹਾਨੂੰ ਨਹੀਂ ਜਾਣਕਾਰੀ ਹੈ, ਤੁਹਾਨੂੰ ਹੋਣੀ ਚਾਹੀਦੀ ਹੈ ਜਾਣਕਾਰੀ, ਕਿਉਂਕਿ ਤੁਸੀਂ ਪ੍ਰੋਫੈਸ਼ਨਲ ਹੋ ਔਰ ਲਾਇਸੈਂਸ ਹੋਲਡਰ ਹੋ। ਜੇ ਨਹੀਂ ਹੈ ਤਾਂ ਇਸੇ ਫੀਲਡ ਦੇ ਵਿੱਚ ਇਹੋ ਜਿਹੇ ਲੋਕ ਹਨ ਜਿਹੜੇ 50-50 60-60 ਸਾਲਾਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਔਰ ਉਹਨਾਂ ਤੇ ਕੋਈ ਦਾਗ ਨਹੀਂ ਹੈ ਕਿ ਉਹਨਾਂ ਨੇ ਕਿਸੇ ਨੂੰ ਗਲਤ ਸਲਾਹ ਵੀ ਦਿੱਤੀ ਹੋਵੇ। ਉਹੇ ਜਿਹੇ ਲੋਕਾਂ ਨੂੰ ਆਪਣਾ ਰੋਲ ਮਾਡਲ ਬਣਾਓ, ਨਾ ਕਿ ਜੀ ਉਹ ਰਿਐਲਟਰ ਆ ਜੀ, ਦੇਖੋ ਜੀ ਅੱਜ ਤਾਂ ਗੱਡੀ ਬੜੀ ਨਵੀਂ ਲੈ ਲਈ, ਕੱਲ੍ਹ ਨੂੰ ਫਿਰ ਹੋਰ ਕਰ ਲਈ, ਤੇ ਪਰਸੋਂ ਨੂੰ ਫਿਰ ਆਹ ਕਰ ਦਿੱਤਾ, ਉਹਦੇ ਪੈਸੇ ਬਣਵਾ ਦਿੱਤੇ, ਉਹਦੇ ਅੜਾ ਦਿੱਤੇ। ਕਾਰਗੁਜ਼ਾਰੀਆਂ 20 ਸਾਲ ਪਹਿਲਾਂ ਇਦਾਂ ਹੀ ਸ਼ੁਰੂ ਹੋਈਆਂ ਸੀਗੀਆਂ ਕਿ ਹਾਂਜੀ ਘਰ ਦੇ ਡਾਊਨ ਪੇਮੈਂਟ ਹੈ ਨਹੀਂ, ਕੋਈ ਗੱਲ ਨਹੀਂ, ਤੁਹਾਨੂੰ ਆਪਣੀ ਸੇਲ ਲਈ ਅਸੀਂ ਘਰ ਲੈ ਦਾਂਗੇ। ਡਾਊਨ ਪੇਮੈਂਟ ਵੀ ਜਿਹੜੀ ਕੀਮਤ ਆ ਲਿਖੀ ਹੋਈ ਲਿਸਟਿੰਗ ਐਕਸੈਪਟਡ ਆਫਰ ਦੇ ਉੱਤੇ ਜਿਹੜੀ ਪ੍ਰਾਈਸ ਆ ਉਹਦੇ ਵਿੱਚ ਹੀ ਪਾ ਦਿਓ। ਇੰਨੀ ਥੋੜ੍ਹੀ ਜਿਹੇ ਲੈਵਲ ਤੋਂ ਸ਼ੁਰੂ ਹੋਈ ਸੀ ਜਿਹੜੀ ਅੱਜ ਕਿੱਥੇ ਤੱਕ ਪਹੁੰਚੀ ਹੋਈ ਆ। ਯਾਦ ਰਹੇ, ਅਸੀਂ ਪ੍ਰਚਾਰਦੇ ਹਾਂ, ਕਹਿੰਦੇ ਹਾਂ, ਪਰ ਉਹਦੇ ਉੱਤੇ ਅਮਲ ਕਰਨਾ ਜ਼ਰੂਰੀ ਹੈ। ਵੀ ਹਿੱਕ ਤੇ ਨਹੀਂ ਰੱਖ ਕੇ ਲੈ ਜਾਣਾ ਕਿਸੇ ਨੇ, ਸਭ ਕੁਝ ਇੱਥੇ ਹੀ ਛੱਡ ਜਾਣਾ। ਥਿੰਕ ਅਬਾਊਟ ਦੈਟ। ਔਰ ਕੋਈ ਵੀ ਦਾਗੀ ਜਿਹੜਾ ਰਿਐਲਟਰ ਹੈ ਜਾਂ ਕੋਈ ਵੀ ਸਸਪੈਂਡਡ ਰਿਐਲਟਰ ਹੈ, ਉਹਦਾ ਸਿਟੀ ਹਾਲ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਆ, ਉਹਦੇ ਉੱਤੇ ਸ਼ੱਕ ਹੋਣਾ ਜਿਹੜਾ ਕੁਦਰਤੀ ਹੈ, ਸੁਭਾਵਿਕ ਹੈ। ਔਰ ਸਿਟੀ ਹਾਲ ਵਾਲਿਆਂ ਨੂੰ ਚੇਤੰਨ ਹੋਣਾ ਚਾਹੀਦਾ, ਕੌਂਸਲ ਨੂੰ ਚੇਤੰਨ ਹੋਣਾ ਚਾਹੀਦਾ, ਸਿਟੀ ਹਾਲ ਦੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਚੇਤੰਨ ਹੋਣਾ ਚਾਹੀਦਾ ਕਿ ਜਿਹੜਾ ਵਿਅਕਤੀ ਆਪਣੇ ਨਿੱਜੀ ਮੁਨਾਫੇ ਦੇ ਲਈ ਕਿਸੇ ਵੀ ਅਸੂਲ ਨੂੰ, ਕਾਨੂੰਨ ਨੂੰ ਭੰਗ ਕਰ ਸਕਦਾ, ਚਾਹੇ ਉਹ ਛੋਟਾ ਉਹ ਕੱਲ੍ਹ ਨੂੰ ਵੱਡਾ ਵੀ ਭੰਗ ਕਰ ਸਕਦਾ। ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਔਰ ਐਵੇਂ ਨਹੀਂ ਹੈ ਕਿ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਹੋੜ ਮੱਚੀ ਹੋਈ ਹੈ, ਐਵੇਂ ਨਹੀਂ ਹੈ ਕਿ ਲੋਕ ਪਿੱਟਦੇ ਆ, ਹੁਣ ਰਿਐਲਟਰਾਂ ਦੇ ਜਵਾਕਾਂ ਨੂੰ ਪਿੱਟਦੇ ਆ। ਇਜ਼ ਇਟ ਵਰਥ ਇਟ ਕਿ ਤੁਸੀਂ ਥੋੜ੍ਹੇ ਜਿਹੇ ਆਪਣੇ ਕਮਿਸ਼ਨ ਦੇ ਫਾਇਦੇ ਦੇ ਲਈ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰੋਗੇ ਜਿਹਦੇ ਲਈ ਤੁਸੀਂ ਵੀ ਸ਼ਰਮਿੰਦਾ ਹੋਵੋ, ਆਪਣੇ ਪ੍ਰੋਫੈਸ਼ਨ ਨੂੰ ਵੀ ਬਦਨਾਮ ਕਰੋ, ਔਨ ਟਾਪ ਆਫ ਦੈਟ ਕਿ ਵਿਅਕਤੀ ਸਾਰੀ ਜ਼ਿੰਦਗੀ ਤੁਹਾਨੂੰ ਗਾਲਾਂ ਕੱਢਦਾ ਰਹੇ ਤੇ ਦੁਰਾਸੀਸਾਂ ਦਿੰਦਾ ਰਹੇ। ਔਰ ਇਹੀ ਜਿਹੀਆਂ ਉਦਾਹਰਨਾਂ ਆਸ਼ਾਨਾ ਜੀ ਸੁੱਖ ਨਾਲ ਅੱਜ ਕੱਲ੍ਹ ਤਾਂ ਨਿੱਤ ਨਵੀਆਂ ਦਿਖਾਈ ਦਿੰਦੀਆਂ ਨੇ ਜਦੋਂ ਦੇ ਇੰਟਰਸਟ ਰੇਟ ਵਧੇ ਹੈ। बिल्कुल उन्हें फंसाता। बिल्कुल। खैर, सिटी पॉलिटिक्स की बात करते हैं और म्यूनिसिपल पॉलिटिक्स में जो दागी रियल्टर्स है, जो सस्पेंडेड रियल्टर्स है, वो एकदम से छलांग मार रहे, जंप कर रहे कि मैं बस जी बह जावा जाके। जिस तरह से दागी काम करके सस्पेंड हुए थे एक बार और सस्पेंड के बाद गिल्टी प्लीड करके फाइन पे किए, उसी तरह से सिटी हॉल में जाकर मैं अपने कब्जे कर लूं और कहाँ कहाँ मैं इस तरह के अपने चालाकियाँ खेल कर मैं पैसे बना सकूं। किसी ने मुझे कहा, कहते कि दागी रियल्टर्स की ज़रूरत क्या है सिटी हॉल के अंदर, क्या वो सिटी हॉल बेचेंगे, सिटी हॉल को बेच डालेंगे? मैंने कहा सिटी हॉल को तो लिटरली नहीं बेचेंगे, लेकिन हाँ सिटी हॉल के अंदर जो कामें हो रहे हैं शायद उसके वो बेचने की कोशिश करेंगे। वो कहते कि फिर मेयर हमारी क्या करेगी? मैं कहा मेयर को पता चलेगी ता ही ना, मेयर को बगैर बताए ही ये सब काम कर जाए तो फिर मेयर को तो पता ही नहीं चलेगा क्या हुआ क्या नहीं हुआ। मेयर तो वहाँ सिटी को संभालने के लिए बैठी होती है, लेकिन ये दागी सस्पेंडेड रियल्टर्स मेयर के आंखों के सामने भी धूल झोंक के कोई भी काम कर सकते हैं। एंड दैट इज़ सो ट्रू। जिस तरह से कौम को, कम्युनिटी को बाहर ये बात बताया गया था, दीदी आपको शायद याद होगा, मेरा तो सीधा एलिवेटर लेके 6 फ्लोर का एक्सेस है। मैं उत्थे बैठ के ब्रेकफास्ट करता, कॉफ़ी पींदा, ब्रेकफास्ट करदा, लंच करदा, मैं तो बस डिनर करके उठो ही अपने घर आ जाता। इस तरह के बातें, इस तरह के बातें पूरी कम्युनिटी में फैलाया गया था और शायद 6th फ्लोर तक कभी पहुंचा भी नहीं होगा। एलिवेटर कौन सा है वो भी शायद नहीं जानता होगा।
लेकिन लोगों को इस तरह से बातें बताकर बहकाकर लोगों को ये शो करना कि मेरी सिटी हॉल में चलती बहुत है, म्युनिसिपल पॉलिटिक्स इसीलिए खेला गया था कि सिटी हॉल में मेरी चलती बहुत है। सिटी हॉल में आप चलाकर करोगे क्या? किस लिए ये बातें बाहर लोगों को बताए जा रहे हैं? मैं आज अपने लिसनर्स को भी बहुत होशियार करना चाहती हूँ कि इस तरह के दागी शेडी रियल्टर्स से दूर ही रहो। ये अपने मुफाद के लिए बड़े बड़े कहानियाँ बना देते हैं। ये अपने मुफाद के लिए मेयर के साथ रोज़ाना कॉफ़ी भी पी लेते हैं। ये अपने मुफाद के लिए स्टोरीज इस तरह से बनाते हैं कि मेयर को भी शामिल कर लेते हैं अपने इमेजिनेशन में कि मैं उनके साथ ही बैठ जाके कॉफ़ी पींदा, मैं तो मेयर के बहुत क्लोज हाँ, कोई गल ही नहीं, दसो जी की कराना, दसो। इस तरह की बातें कम्युनिटी हंस रही है, बता कर बोल बोल कर हंस रहे, मजाक उड़ा रहे दागी रियल्टर्स की कि ये दुनिया को बेवकूफ़ बना रहे। एक कस्टमर को, क्लाइंट को बना लिया, सस्पेंड हो गया, गिल्टी प्लीड किया, फाइन भी पे किया, अब ये पूरे सरी के लोगों को बेवकूफ़ बनाने की कोशिश कर रहे हैं। मुझे ये बताइए कौन सा लाइसेंस आपको मिल गया कि आप एक दागी शेडी रियल्टर सरी के लोगों के लिए सिटी हॉल में काम करोगे? कौन सा लाइसेंस है ये? कौन सा ओहदा मिला है आपको? कौन से सिटी हॉल के स्टाफ या मेयर या काउंसलर आपके पीछे पीछे लगे हैं? इसकी भी तहकीकात होगी, पता चलेगा कि कौन के साथ बैठता है ये दागी रियल्टर, ये शेडी रियल्टर। सिटी हॉल के किड़े स्टाफ नाल बैठता है, किड़े काउंसलर नाल इनकी संबंध है, ते क्या मेयर के साथ संबंध है या नहीं है, ये तस्वीरें बाहर ज़रूर निकालूंगी। क्योंकि ये जो दागी रियल्टर कौम में जा जाकर शेडी रियल्टर बातें फैला रहा है, हमारे सिटी हॉल को बदनाम कर रहा है, हमारे मेयर काउंसिल स्टाफ की बदनामी कर रहा है, उसका चेहरा तो ज़रूर दिखाना चाहिए ना किड़े लोगों के साथ इसके संबंध है। अगर ये बातें कर रहा है, दावा कर रहा है, तो कौन से लोग हैं सिटी हॉल में जो हमारे कौम के साथ गद्दारी कर रहे? वी हैव टू ब्रिंग दैट आउट टू। किसके साथ बैठा जाता है, किसके साथ ग्लासी खड़काया जाता है, पता नहीं ग्लासी के बोतल सारे पी जाते। ये दागी रियल्टर, शेडी रियल्टर इस तरह से समाज में जाकर लोगों को बताना कि दसो जी किड़ा काम मैं करा के देना, मैं सिटी हॉल च बड़ा चलदा जी, मेरा तो सीधा 6th फ्लोर ते जांदा एलिवेटर, 6th फ्लोर ते मेयर दा दफ्तर आ। लोगों को बाहर ये बातें बताकर, ये काम कहकर क्या साबित करना चाहते हैं? इसका कोई संबंध डायरेक्ट मेयर के साथ है? और डायरेक्ट संबंध मेयर के साथ हो भी तो क्या सिटी हॉल में काम कराना इसके लिए इतना आसान हो गया? खुद तो शेडी है, खुद तो पता है कि सस्पेंडेड रियल्टर है, साथ में मेयर नु भी शामिल कर रहा, साथ में और भी काउंसलर्स और टीम को भी शामिल कर रहा है। मुझे तो पता था कि अगर आप वॉलमार्ट में काम करते हो तो आप वॉलमार्ट के जो स्टाफ है उनके एक्सेस तुम्हारे पास होती है। अगर आप होम डिपो में करते हो तो आप होम डिपो के स्टाफ के एक्सेस होते हैं, आप वॉलमार्ट के स्टाफ को जाकर रन नहीं कर सकते। सो इस तरह से अगर ये दागी रियल्टर ये दावा कर रहा है आप लोगों से, तो होशियार हो जाओ, होशियार हो जाओ। वैसे भी पैसे बड़े मेहनत से कमाते हैं आप लोग, आपके पैसों की बहुत मेहनत से वो पैसे आपने अपने बैंक अकाउंट में डाले हैं। अपनी मेहनत की कमाई को ऐसे दागी रियल्टर्स के हाथ ना दो। हो सके उन पैसों को सही जगह इन्वेस्टमेंट करो। दागी रियल्टर्स के हाथ पैसे दिए वापस नहीं मिलने वाले हैं। इट्स नॉट गोना कम बैक टू यू। ਸ਼ੈਨ ਪੀਆਰ ਬੜੀ ਤਕੜੀ ਹੈ। ਹਾਂਜੀ ਆ ਜਿਹੜਾ ਤੁਸੀਂ ਗੱਲ ਸੁਣਾਉਂਦੇ ਹੁੰਦੇ ਆ ਨਾ, ਇਹ ਮੇਰਾ ਤਾਂ ਸਿੱਧਾ ਕਨੈਕਸ਼ਨ ਹੈ ਨਾ। ਜਾਦਰੇ ਸਿਟੀ ਹਾਲ ਦੇ ਉੱਤੇ ਮੇਰਾ ਖਿਆਲ ਹੈਲੀਕਾਪਟਰ ਵੀ ਉਤਰਦਾ, ਮੰਜਾ ਬਿਸਤਰਾ ਹੈ। ਦਾਵਾ ਕੱਲ ਨੂੰ ਇਹ ਵੀ ਹੋ ਸਕਦਾ ਕਿ ਸਿਟੀ ਹਾਲ ਦੇ ਵਿੱਚ ਸਾਡਾ ਤਾਂ ਜੀ ਰਹਿਣ ਰਹਾਇਸ਼ ਹੀ ਉੱਥੇ ਰੱਖੀ ਹੋਈ ਹੈ,
ਲਾਜ਼ਮੀ ਜ਼ਰੂਰੀ ਹੈ। ਅਗਰ ਇਸ ਤਰ੍ਹਾਂ ਦੇ ਗਲਤ ਪ੍ਰਭਾਵ ਨੇ ਜਿਹੜੇ ਮਾਸ਼ਰੇ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਨਿੱਜੀ ਪੀਆਰ ਦੇ ਲਈ, ਨਿੱਜੀ ਮਫਾਦ ਦੇ ਲਈ ਨਸ਼ਰ ਕਰਦਾ, ਪ੍ਰਚਾਰਦਾ ਹੈ, ਤਾਂ ਮੇਅਰ ਨੂੰ ਸਤਰਕ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਹ ਉਹੋ ਜਿਹੇ ਲੋਕ ਨੇ ਜਿਹੜੇ ਗੰਜੇ ਨੂੰ ਕੰਘੀ ਵੇਚ ਜਾਣ। ਔਰ ਮੇਅਰ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੇਰਾ ਖਿਆਲ ਆ ਲਿੱਦੜ ਘਿੱਚੀਆਂ ਨੇ, ਸ਼ਾਇਦ ਉਹਨਾਂ ਤੋਂ ਜਾਣੂ ਨਾ ਹੋਣ। ਸੋ ਇਹਦੇ ਲਈ ਜ਼ਰੂਰੀ ਹੈ ਬੀ ਕੇਅਰਫੁਲ। ਦੂਸਰੇ ਨਾਲ ਅਸ਼ਾ ਨੇ ਇੱਕ ਗੱਲ ਮੈਂ ਤੁਹਾਨੂੰ ਹੋਰ ਸ਼ੇਅਰ ਕਰਨਾ ਚਾਹੁੰਦੀ ਸੀ, ਖਾਸ ਤੌਰ ਦੇ ਉੱਤੇ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਇਹ ਗੱਲ ਹੈ। ਯਾਦ ਰਹੇ ਕਿ ਰੀਅਲਟਰਸ ਦੀ ਨਾ ਕਾਰਗੁਜ਼ਾਰੀ ਹੈ ਜਿਹੜੀ, ਉਹਦੇ ਉੱਤੇ ਚਾਰੇ ਪਾਸੇ ਤੋਂ ਹਮੇਸ਼ਾ ਨਿਗਾਹ ਰੱਖੀ ਜਾਂਦੀ ਹੈ, ਔਰ ਰੱਖੀ ਵੀ ਜਾਣੀ ਚਾਹੀਦੀ ਹੈ। ਹਾਂਜੀ ਕਿਉਂਕਿ ਜਿਹੜੀ ਗਲਤ ਸਲਾਹ ਕਿਸੇ ਨੂੰ ਸਾਰੀ ਜ਼ਿੰਦਗੀ ਦੇ ਲਈ ਤਬਾਹ ਵੀ ਕਰ ਸਕਦੀ ਹੈ, ਜੀ, ਔਰ ਇਹਦੇ ਵਿੱਚ ਲਾਲਚ ਵੱਡਾ ਰੋਲ ਅਦਾ ਕਰਦਾ ਹੈ। ਔਰ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਨੁਕਸਾਨ ਨਹੀਂ ਉਠਾਉਣਾ ਚਾਹੁੰਦਾ, ਸਾਰੇ ਫਾਇਦਾ ਹੀ ਉਠਾਉਣਾ ਚਾਹੁੰਦੇ ਆ। ਔਰ ਪਿੱਛੇ ਜੇ ਤਾਂ ਸੁੱਖ ਨਾਲ ਲੋਕਾਂ ਦੇ ਤੱਤੇ ਤਵਿਆਂ ਦੇ ਉੱਤੇ ਰੋਟੀਆਂ ਸੇਕਣ ਦੇ ਵਿੱਚ ਹਰ ਕੋਈ ਪਹਿਲਾਂ ਬਾਹੂਦਾ ਹੀ ਰਿਹਾ, ਅਗਾਂਹ ਰਿਹਾ। ਔਰ ਯਾਦ ਰਹੇ ਕੈਨੇਡਾ ਦੀ ਰੈਜ਼ੀਡੈਂਸ਼ੀਅਲ ਜਿਹੜੀ ਮਾਰਕੀਟ ਆ ਉਹ ਇੱਕ ਤਰੀਕੇ ਦਾ ਨਾ ਵਪਾਰ ਬਣ ਗਈ ਹੈ। ਤਾਂ ਹੀ ਇਹ ਵੱਡਾ ਕਾਰਨ ਹੈ ਕਿ ਘਰਾਂ ਦੀਆਂ ਕੀਮਤਾਂ ਅਸਮਾਨੀ ਛੋ ਗਈਆਂ, ਔਰ ਕਿਸੇ ਵੀ ਵਿਅਕਤੀ ਦੇ ਜ਼ਿਆਦਾਤਰ ਲੋਕਾਂ ਦੇ ਜਿਹੜਾ ਹੱਦ ਹੈ ਉਸ ਤੋਂ ਕਿਤੇ ਬਾਹਰ ਚਲੇ ਗਏ ਆ। ਆਪਣੇ ਆਪ ਦੇ ਵਿੱਚ ਆਸਾਨੀ ਦੇ ਨਾਲ ਬਿਹਤਰ ਜ਼ਿੰਦਗੀ ਬਣਾਉਣ ਵਾਲਾ ਜਿਹੜਾ ਮੁਲਕ ਹੈ, ਇੱਕ ਤਰੀਕੇ ਦੇ ਨਾਲ ਉੱਥੇ ਇੱਕ ਵਪਾਰ ਇੱਕ ਇਹੀ ਰਹਿ ਗਿਆ ਕਿ ਰੈਜ਼ੀਡੈਂਸ਼ੀਅਲ ਜਿਹੜੀ ਮਾਰਕੀਟ ਹੈ ਰੀਅਲ ਅਸਟੇਟ ਦੀ, ਉਸ ਨੂੰ ਲੋਕਾਂ ਨੇ ਮੁਨਾਫੇ ਦੀ ਮਾਰਕੀਟ ਬਣਾ ਕੇ ਇਸ ਕਦਰ ਇਸ ਮੁਕਾਮ ਤੇ ਪਹੁੰਚਾ ਦਿੱਤਾ ਜਿੱਥੇ ਕਿ ਹੁਣ ਸਾਰੇ ਜਣੇ ਸੋਚਦੇ ਆਪੇ ਫਾਥੜੀਏ ਤੈਨੂੰ ਕੌਣ ਬਚਾਵੇ। ਸਰਕਾਰਾਂ ਇੱਕ ਦੂਜੇ ਦੇ ਲੈਵਲ ਵੱਲ ਦੇਖ ਰਹੀਆਂ ਨੇ ਤੇ ਲੋਕ ਦੇਖ ਰਹੇ ਆ, ਤੇ ਕੀ ਕਰੀਏ। ਇਸ ਹੋੜ ਦੇ ਵਿੱਚ ਮੁਨਾਫਾਖੋਰੀ ਦੀ ਜਿਹੜੀ ਹੋੜ ਹੈ ਉਹ ਕਿਸੇ ਵੀ ਰੀਅਲਟਰ ਨੂੰ ਲੱਗ ਜਾਵੇ ਜਾਂ ਕਿਸੇ ਵੀ ਆਮ ਬਾਇਰ ਨੂੰ ਲੱਗ ਜਾਵੇ, ਸੈਲਰ ਨੂੰ ਲੱਗ ਜਾਵੇ, ਇਹ ਬੜੀ ਮਾੜੀ ਬਿਮਾਰੀ ਹੈ। ਔਰ ਯਾਦ ਰਹੇ ਇਹ ਉਨੀ ਦੇਰ ਚੰਗੀ ਲੱਗਦੀ ਹੈ ਜਦੋਂ ਆਪਣੇ ਹੱਕ 'ਚ ਭੁਗਤਦੀ ਹੈ, ਜਦੋਂ ਆਪਣੇ ਹੱਕ ਦੇ ਵਿੱਚ ਨਾ ਭੁਗਤੇ ਤਾਂ ਇਹ ਜ਼ਹਿਰ ਵਰਗੀ ਲੱਗਦੀ ਹੈ। ਨਿਰਸੰਦੇਹ ਸਵਾਲ ਇਹ ਹੈ ਵੀ ਪੋਲੀਟਿਕਸ ਦੇ ਵਿੱਚ ਇੱਕ ਤੁਸੀਂ ਸਵਾਲ ਇਹ ਉੱਠਿਆ ਵੀ ਜਿਹੜੇ ਸਸਪੈਂਡਡ ਰੀਅਲਟਰਸ ਨੇ ਉਹ ਮਿਊਨਿਸਪੈਲਿਟੀ ਪੋਲੀਟਿਕਸ ਦੇ ਵਿੱਚ ਨੂੰ ਕਿਉਂ ਜੰਪ ਕਰ ਰਹੇ ਆ, ਕਿਉਂ ਆਲ ਆਫ ਏ ਸਡਨ ਉਹਨਾਂ ਨੂੰ ਲੱਗਿਆ। ਤੁਸੀਂ ਸਸਪੈਂਡਡ ਰੀਅਲਟਰਸ ਦੀ ਗੱਲ ਕਰ ਰਹੇ ਹੋ, ਇੱਥੇ ਤਾਂ ਲੋਕੀ ਆਟਵਾ ਤੋਂ ਆ ਕੇ ਮਿਊਨਿਸਪਲ ਜਿਹੜੀ ਸਰਕਾਰ ਹੈ ਉਹਦੇ ਵੱਲ ਨੂੰ ਚੱਲ ਪਏ, ਭੱਜ ਲਏ। ਕਾਰਨ ਹੈ ਕਿ ਪਿਛਲੇ ਕੁਝ ਕੁ ਸਮੇਂ ਤੋਂ 5-7 ਸਾਲਾਂ ਤੋਂ ਕਿਸ ਪ੍ਰਕਾਰ ਜਿਹੜੇ ਮੈਨੂਵਰ ਨੇ ਚੇਂਜ ਹੋਇਆ, ਇੱਕ ਦਹਾਕੇ ਤੋਂ ਚੇਂਜ ਹੋਣੇ ਸ਼ੁਰੂ ਹੋਏ। ਔਰ ਪਿਛਲੇ 5-7 ਸਾਲਾਂ ਦੇ ਵਿੱਚ ਮੈਂ ਖੁਦ ਇਸ ਤਰ੍ਹਾਂ ਦੀਆਂ ਕਨਵਰਸੇਸ਼ਨ ਕਿੰਨਿਆਂ ਨਾਲ ਕੀਤੀਆਂ ਨੇ ਜਿਹੜੇ ਕਹਿੰਦੇ ਅਸੀਂ ਤਾਂ ਧੱਕਾ ਹੀ ਖਾਂਦੇ ਰਹੇ, ਅਸਲੀ ਤਾਂ ਕੀ ਕਹਿੰਦੇ ਨੇ ਮਲਾਈਆਂ ਜਿਹੜੀਆਂ ਨੇ ਉਹ ਮਿਊਨਿਸਪੈਲਿਟੀ ਸਰਕਾਰ 'ਚ ਨਹੀਂ ਸੀਗੀਆਂ। ਅਸੀਂ ਉਹੀ ਭੱਜਦੇ ਰਹੇ, ਕਦੇ ਸੂਬੇ ਵੱਲ ਨੂੰ ਚਲੇ ਗਏ ਤੇ ਕਦੇ ਆਟਵਾ ਵੱਲ ਨੂੰ, ਫੈਡਰਲ ਸਰਕਾਰ ਵੱਲ ਨੂੰ ਭੱਜ ਗਏ। ਅਸਲੀ ਮਲਾਈਆਂ ਤਾਂ ਕਹਿੰਦੇ ਸਾਡੇ ਸ਼ਹਿਰ ਦੇ ਵਿੱਚ ਸੀ। ਇੱਕ ਸਵਾਲ ਅਕਸਰ ਆਪਾਂ ਪੁੱਛਦੇ ਸੀ, ਇਹੋ ਜਿਹਾ ਸਿਟੀ ਹਾਲ ਦੇ ਵਿੱਚ ਕਿਹੜੀਆਂ ਸੋਨੇ ਦੀਆਂ ਇੱਟਾਂ ਦੱਬੀਆਂ ਹੋਈਆਂ ਜਿਹੜੇ ਸਾਰੇ ਜਣੇ ਸਿਟੀ ਹਾਲ ਵੱਲ ਨੂੰ ਭੱਜ ਲਏ, ਜਿਨ੍ਹਾਂ ਨੇ ਜਹਾਜ਼ਾਂ ਦੀਆਂ ਜਿਹੜੀਆਂ ਸੈਰਾਂ ਨੇ ਉਹਨਾਂ ਨੂੰ ਪਾਸੇ ਕਰਕੇ ਭੱਜ ਲਏ ਜੀ ਸਿਟੀ ਹਾਲ ਵੱਲ ਨੂੰ। ਆਪ ਸਭ ਨੂੰ ਪਤਾ ਹੀ ਆ ਐਮਪੀਸ ਐਮਐਲਏਸ ਜਿਹੜੇ ਨੇ ਉਹ ਸਿਟੀ ਇਲੈਕਸ਼ਨ ਦੇ ਵਿੱਚ ਮੇਅਰ ਦੇ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੁਰਸੀ ਦੇ ਲਈ ਪਿਛਲੀ ਇਲੈਕਸ਼ਨ 'ਚ ਲੜੇ, ਪਰ ਬੇਅੰਤ ਸਵਾਲ ਨੇ ਜਿਹੜੇ ਲੋਕਾਂ ਨੂੰ ਇਸ ਦਾ ਜਵਾਬ ਵੀ ਮਿਲ ਗਿਆ। ਉਹ ਜਵਾਬ ਮਿਲਣ ਦੇ ਨਾਲ ਨਾਲ ਆਸ਼ਾਨਾ ਇਹ ਵੀ ਗੱਲ ਨਾਲ ਜ਼ਿੰਮੇਵਾਰੀ ਹੋ ਜਾਂਦੀ ਹੈ ਸਾਡੇ ਲੋਕਲ ਲੋਕਾਂ ਦੀ, ਆਪਣੇ ਸ਼ਹਿਰ ਦੀ ਜਿਹੜੀ ਮਿਊਨਿਸਪੈਲਿਟੀ ਸਰਕਾਰ ਹੈ ਉਹਦੇ ਵਿੱਚ ਦਾਗੀ ਬੰਦੇ ਨਾ ਪਾਉਣ, ਉਹਦੇ ਵਿੱਚ ਸਸਪੈਂਡਡ ਲੋਕ ਨਾ ਪਾਉਣ। ਜਿਹੜਾ ਇੱਕ ਬੋਰਡ ਨੇ ਕਾਰਗੁਜ਼ਾਰੀ ਦੇ ਉਸ ਵਿਅਕਤੀ ਦੀ ਕਾਰਗੁਜ਼ਾਰੀ ਦੇ ਕਾਰਨ ਉਸ ਨੂੰ ਵਕਤੀ ਤੌਰ ਦੇ ਉੱਤੇ ਦੀਆਂ ਸੇਵਾਵਾਂ ਨੂੰ ਖਾਰਜ ਕੀਤਾ, ਸਸਪੈਂਡ ਕੀਤਾ, ਉਹੀ ਜਿਹੇ ਵਿਅਕਤੀਆਂ ਨੂੰ ਸਿਟੀ ਹਾਲ ਦੇ ਵਿੱਚ ਪਹੁੰਚਾਉਣਾ ਜਾਂ ਹਜਮ ਕਰਨਾ, ਇਹ ਇੱਕ ਤਰੀਕੇ ਨਾਲ ਦਰਸਾਉਂਦਾ ਹੈ ਕਿ ਸਾਡੀ ਆਪਣੀ ਜਿਹੜੀ ਮੈਂਟੈਲਿਟੀ ਆ ਉਹ ਕੀ ਹੈ। ਯਾਦ ਰਹੇ ਕਿਸੇ ਵੀ ਅਸੀਂ ਇਹ ਪਿੱਟਦੇ ਆ ਨਾ, ਅਸੀਂ ਰੌਲਾ ਪਾਉਂਦੇ ਆ ਜੀ ਫਲਾਣੇ ਸੂਬੇ ਦੀ, ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਰਕਾਰ ਆ ਉਹਦੇ ਵਿੱਚ ਇੰਨੇ ਲੋਕਾਂ ਤੇ ਕੇਸ ਹੋਏ ਆ, ਇੰਨਿਆਂ ਦੇ ਉੱਤੇ ਇਸ ਚੀਜ਼ ਦੇ ਕੇਸ ਹੋਏ ਹੈ, ਜਿਹੜੇ ਚਾਰਜਸ ਨੇ ਲੱਗੇ ਹੋਏ ਆ। ਇਹ ਦਾਗੀ ਲੋਕ ਹੀ ਰਹਿ ਗਏ ਬਸ ਇਹ ਪੋਲੀਟਿਕਸ ਦੇ ਵਿੱਚ ਆਉਣ ਲਈ। ਯਾਦ ਰਹੇ ਉਹੀ ਧਾਰਨਾ ਹੁਣ ਇੱਥੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਘੱਟ ਗਿਣਤੀ ਦੇ ਨਾਲ ਸੰਬੰਧਿਤ ਸਾਡਾ ਇੱਥੇ ਦਾ ਜਿਹੜਾ ਮਾਸ਼ਰਾ ਹੈ ਉਹਦੀ ਇਹ ਹਜਮ ਕਰਨ ਦੀ ਪ੍ਰਵਿਰਤੀ ਹੈ ਜਿਹੜੀ ਬਣ ਚੁੱਕੀ ਹੈ, ਔਰ ਉਸ ਨੂੰ ਕਿਸ ਪ੍ਰਕਾਰ ਆਪਣੇ ਮੁਨਾਫੇ ਲਈ ਵਰਤ ਸਕਦੇ ਆ। ਅਕਸਰ ਲਫ਼ਜ਼ ਵਰਤਿਆ ਜਾਂਦਾ ਆਸ਼ਾਨਾ, ਇਸ ਤਰ੍ਹਾਂ ਹੀ ਚੱਲਦਾ, ਇਸ ਤਰ੍ਹਾਂ ਤਾਂ ਹੁੰਦਾ ਹੀ ਹੁੰਦਾ ਜੀ। बिल्कुल। वापस आते हैं कुछ व्यापारिक संदेशों के बाद।